ਓਕੇ ਗਾਈਜ਼, ਸਭ ਤੋਂ ਪਹਿਲੇ ਤਾਂ ਅਸੀਂ ਕੀ ਕਹਿੰਦੇ ਆ ਸਟੈਂਡਰਡ ਸਕੋਰ ਪੜ੍ਹਾਂਗੇ, ਹੈ ਨਾ। ਸਟੈਂਡਰਡ ਸਕੋਰ ਇੱਕ ਗੱਲ ਯਾਦ ਰੱਖਿਓ, ਆ ਜਾਏ ਸਟੈਂਡਰਡ ਸਕੋਰ, ਆ ਜਾਏ ਸਿਗਮਾ, ਆ ਜਾਏ ਜੀ ਸਕੋਰ, ਹੈ ਨਾ, ਬੋਥ ਆਰ ਸੇਮ। ਸੋ ਆਪਣਾ ਚੈਪਟਰ ਹੈ ਕਿ ਆ ਦੇਖੋ, ਮੈਂ ਹੁਣ ਤੁਹਾਨੂੰ ਦਿਖਾਈ ਦਿੰਦੀ ਹਾਂ ਕਿ ਸਿਲੇਬਸ ਦੇ ਅਕੋਰਡਿੰਗ ਅਗਰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਦੇਖੀਏ ਤਾਂ ਅਸੀਂ ਰੇਂਜ ਕਰਨੀ ਸੀ, ਕੌਨਸੈਪਟ ਆਫ ਸਟੈਂਡਰਡ ਡੇਵੀਏਸ਼ਨ ਕਰਨਾ ਸੀ, ਆਫ ਵੇਰੀਐਂਸ, ਕੰਪੈਰੀਜ਼ਨ ਆਫ ਮੈਜਰਸ ਆਫ ਵੇਰੀਏਬਿਲਿਟੀ। ਜੋ ਇਹਦੇ ਨੋਟਸ ਹੋਣਗੇ ਉਹ ਮੈਂ ਤੁਹਾਨੂੰ ਸੈਂਡ ਕਰ ਦੂੰਗੀ। ਸਟੈਂਡਰਡ ਸਕੋਰਸ ਐਂਡ ਪ੍ਰੋਪਰਟੀਜ਼ ਆਫ ਜ਼ੈਡ ਸਕੋਰਸ। ਸੋ ਇਹ ਮੈਂ ਇਸ ਮਤਲਬ ਆਪਣੇ ਨੋਟਸ 'ਚ ਆ ਦੋ ਕੰਬਾਈਨ ਕਰਕੇ ਦਿੱਤੇ ਹੋਏ ਨੇ। ਪ੍ਰੋਪਰਟੀਜ਼ ਆਫ ਜੀ ਸਕੋਰਸ ਬੋਥ ਆਰ ਮਤਲਬ ਸੇਮ, ਜੋ ਤੁਸੀਂ ਸਟੈਂਡਰਡ ਸਕੋਰਸ ਦੇ ਵਿੱਚ ਜੋ ਚੀਜ਼ਾਂ ਲਿਖੋਗੇ ਉਹੀ ਉਹਦੀਆਂ ਪ੍ਰੋਪਰਟੀਜ਼ ਹੋਣਗੀਆਂ, ਠੀਕ ਹੈ। ਉਹ ਚੀਜ਼ ਕੋਈ ਅਲੱਗ ਤਾਂ ਹੋਣ ਨਹੀਂ ਵਾਲੀ ਉਸ ਤੋਂ। ਸੋ ਗੱਲ ਇੱਥੇ ਆਉਂਦੀ ਹੈ ਕਿ ਇਹ ਸਭ ਕੁਛ ਤਾਂ ਅਸੀਂ ਪਹਿਲੇ ਮੈਜਰਸ ਆਫ ਵੇਰੀਏਬਿਲਿਟੀ ਦੇ ਲਈ ਪੜ੍ਹ ਰਹੇ ਸੀ, ਹੈ ਨਾ। ਮੈਜਰਸ ਆਫ ਵੇਰੀਏਬਿਲਿਟੀ ਦੇ ਲਈ ਆਪਾਂ ਸਭ ਕੁਛ ਪਹਿਲੇ ਇੰਨਾ ਸਭ ਕੁਛ ਪੜ੍ਹਿਆ ਕਿ ਇਹ ਸਭ ਕੁਛ ਮੈਜਰਸ ਆਫ ਵੇਰੀਏਬਿਲਿਟੀ ਦੇ ਵਿੱਚ ਆਉਂਦਾ, ਸਟੈਂਡਰਡ ਡੇਵੀਏਸ਼ਨ, ਕੁਆਰਟਾਈਲ। ਬਟ ਨਾਓ ਥਿੰਗ ਇਜ਼ ਦੈਟ ਕਿ ਵਾਟ ਇਜ਼ ਸਟੈਂਡਰਡ ਸਕੋਰ, ਹੈ ਨਾ। ਸੋ ਅਸੀਂ ਮਤਲਬ ਜਸਟ ਪਹਿਲੇ ਨੋਟਸ ਤੋਂ ਪੜ੍ਹ ਲੈਂਦੇ ਹਾਂ। ਇੱਥੇ ਕੀ ਲਿਖਿਆ ਹੈ ਕਿ ਜੀ ਸਕੋਰ ਇਜ਼ ਅ ਨਿਊਮੈਰੀਕਲ ਮੈਜਰਮੈਂਟ, ਠੀਕ ਹੈ, ਯੂਜ਼ਡ ਇਨ ਦ ਸਟੈਟਿਸਟਿਕਸ ਆਫ ਦੀ ਵੈਲਿਊਜ਼ ਰਿਲੇਸ਼ਨਸ਼ਿਪ ਟੂ ਦੀ ਮੀਨ ਐਵਰੇਜ। ਆਈ ਥਿੰਕ ਇਹ ਬਹੁਤ ਈਜ਼ੀ ਹੈ ਸਮਝਣ ਦੇ ਵਿੱਚ ਵੀ ਕਿ ਜੀ ਸਕੋਰ ਕੀ ਹੈ। ਇਹ ਇੱਕ ਨਿਊਮੈਰੀਕਲ ਮੈਜਰਮੈਂਟ ਹੈ ਜੋ ਕਿ ਕਿਹਦੇ ਵਿੱਚ ਯੂਜ਼ ਹੁੰਦਾ ਹੈ, ਸਟੈਟਿਸਟਿਕਸ ਦੇ ਵਿੱਚ ਯੂਜ਼ ਹੁੰਦਾ ਹੈ। ਕੀ ਚੀਜ਼ ਦੇਖਣ ਵਾਸਤੇ, ਇੱਕ ਰਿਲੇਸ਼ਨਸ਼ਿਪ ਦੇਖਣ ਵਾਸਤੇ, ਕਿਹਦੇ ਨਾਲ, ਮੀਨ ਔਰ ਐਵਰੇਜ ਦੇ ਨਾਲ, ਠੀਕ ਹੈ। ਇਹ ਵੀ ਉਹੀ ਚੀਜ਼ ਕਹਿ ਰਿਹਾ ਜੋ ਸਾਡੀ ਰੇਂਜ, ਜੋ ਸਾਡੀ ਸਟੈਂਡਰਡ ਡੇਵੀਏਸ਼ਨ, ਇਹ ਸਭ ਕੁਛ ਕਹਿ ਰਹੇ ਸੀਗੇ ਕਿ ਜਿਹੜਾ ਸਾਡਾ ਸੈਂਟਰ ਪੁਆਇੰਟ ਹੈ ਨਾ, ਸੈਂਟਰ ਪੁਆਇੰਟ ਹੈ, ਇਹ ਸੈਂਟਰ ਪੁਆਇੰਟ ਕੀ ਹੈ, ਮੇਰਾ ਮੀਨ ਹੈ ਜਾਂ ਮੇਰੀ ਐਵਰੇਜ ਹੈ, ਕਿ ਜਿਹੜੇ ਮੇਰੇ ਨਿਊਮੈਰਿਕ ਵੈਲਿਊਜ਼ ਨੇ, ਨਿਊਮੈਰੀਕਲ ਵੈਲਿਊਜ਼, ਇਹਨਾਂ ਦਾ ਜਿਹੜਾ ਵੀ ਇੱਥੇ ਜਿੰਨੇ ਵੀ ਵੈਲਿਊਜ਼ ਲਿਖੀਆਂ ਜਾਣਗੀਆਂ, ਹੈ ਨਾ, ਇਹਨਾਂ ਦਾ ਇਹਦੇ ਨਾਲ, ਇਹਦਾ ਇਹਦੇ ਨਾਲ, ਇਸ ਵੈਲਿਊ ਦਾ ਇਸ ਸੈਂਟਰ ਪੁਆਇੰਟ ਦੇ 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 ਨਾਲ ਆਪਸ ਵਿੱਚ ਕੀ ਰਿਲੇਸ਼ਨ ਹੈ। ਫਸਟ ਇਸ ਦਾ ਇਹ ਮਤਲਬ ਹੈ, ਠੀਕ ਹੈ। ਸੈਕਿੰਡ ਬੋਲਦਾ ਹੈ ਇਟ ਮੈਜਰਡ ਇਨ ਟਰਮਸ ਆਫ ਦੀ ਸਟੈਂਡਰਡ ਡੇਵੀਏਸ਼ਨ ਫਰੋਮ ਦੀ ਮੀਨ। ਹੁਣ ਗੱਲ ਇੱਥੇ ਆਉਂਦੀ ਹੈ ਕਿ ਜਦੋਂ ਵੀ ਅਸੀਂ ਸਟੈਂਡਰਡ ਸਕੋਰਸ ਦੀ ਗੱਲ ਕਰੀਏ, ਸਾਡੇ ਕੋਲ 3 ਚੀਜ਼ਾਂ ਹੋਣੀਆਂ ਲਾਜ਼ਮੀ ਨੇ। 3 ਕੀ ਕੌਨਸੈਪਟਸ ਨੇ, ਮਤਲਬ 3 ਜਿਵੇਂ ਇਹਦੀਆਂ ਸਟੇਜਿਸ ਕਹਿ ਸਕਦੇ ਹਾਂ ਅਸੀਂ ਕਿ ਕਿਹੜੀਆਂ 3 ਚੀਜ਼ਾਂ ਤੋਂ ਬਿਨਾਂ ਸਟੈਂਡਰਡ ਸਕੋਰਸ ਅਧੂਰਾ ਹੈ। ਜਿਵੇਂ ਅਸੀਂ ਗੱਲ ਕਰਦੇ ਸੀਗੇ ਕਿ ਮੇਜਰਸ ਆਫ ਵੇਰੀਏਬਿਲਿਟੀ, ਤਾਂ ਮੇਜਰਸ ਆਫ ਵੇਰੀਏਬਿਲਿਟੀ ਦੇ ਵਿੱਚ ਕੀ ਕੀ ਇੰਪੋਰਟੈਂਟ ਹੈ। ਮੇਜਰਸ ਆਫ ਵੇਰੀਏਬਿਲਿਟੀ ਦੇ ਵਿੱਚ ਸੈਂਟਰ ਪੁਆਇੰਟ, है ना, सेंटर पॉइंट और डेविएशन, मतलब डिस्पर्जन, डेविएट, ये 2 चीज़ों का होना बहुत जरूरी है। सेम एज लाइक स्टैंडर्ड स्कोर्स दे विच 3 चीज़ां होनियां बहुत जरूरी ने। की स्टैंडर्ड स्कोर्स दे विच साडे कोल रो स्कोर्स का होना, पॉपुलेशन का होना, स्टैंडर्ड डेविएशन का होना, ठीक है। रो स्कोर्स का होना, पॉपुलेशन का होना, स्टैंडर्ड डेविएशन का होना, ये 3 चीज़ां मिला के की बनांदियां ने साडियां स्टैंडर्ड स्कोर। आई होप गाइज थोनू इन्ना समझ आ गया होएगा। देखो ना, मैं थोनू मेरा मेन मकसद यह है थोनू जी स्कोर समझाना, बट मेरा मेन मकसद यह नहीं है कि डायरैक्ट ही जी स्कोर समझाना शुरू कर दा। वी विल स्टार्ट फ्रॉम सम बेसिक्स, ठीक है। थोड़ा बेसिक तो स्टार्ट करांगे, ये चीज़ां हुंदियां की ने। मैं यही रिक्वेस्ट करूँगी कि मैनू यह कहण नालों कि मैम समझ नहीं आया, समझ नहीं आएगा, बिकॉज दिस इज़ द न्यू चैप्टर फॉर यू, दिस इज़ द न्यू टॉपिक फॉर यू, एंड आई रिक्वेस्ट टू ऑल ऑफ यू, प्लीज़ गाइज प्लीज़ रिपीट मोड ते ये वाली वीडियो ज़रूर देखियो, बिकॉज जिन्नियां भी वीडियोज़ मैं थोनू दवांगी
ਚਾਹੇ ਉਹ 1 ਹੋਣ 2 ਹੋਣ 3 ਹੋਣ 4 ਹੋਣ ਜਾਂ ਜਿੰਨੀਆਂ ਮਰਜ਼ੀ ਹੋਣ। ਇਹਨਾਂ ਵੀਡੀਓਜ਼ ਨੂੰ ਜ਼ਰੂਰ ਧਿਆਨ ਨਾਲ ਸੁਣਿਓ, ਕਿਉਂਕਿ ਆਈ ਡੋਂਟ ਥਿੰਕ ਸੋ ਕਿ ਇੰਨਾ ਮਤਲਬ ਡੀਪ ਦੇ ਵਿੱਚ ਕਿਸੇ ਨੇ ਸਟੈਂਡਰਡ ਸਕੋਰ ਸਮਝਾਇਆ ਹੋ। ਤੁਸੀਂ ਯੂ ਕੈਨ ਚੈੱਕ ਫਰੋਮ ਦੀ ਯੂਟਿਊਬ ਲੈਕਚਰ ਐਂਡ ਸੋ ਔਨ। ਸੋ ਮੈਂ ਇਹੀ ਕਹੂੰਗੀ, ਇਹ ਸੁਣਨ ਨਾਲੋਂ ਬੈਟਰ ਹੈ ਮੈਨੂੰ ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ, ਠੀਕ ਹੈ, ਸ਼ਾਇਦ ਸਮਝ ਆ ਜਾਏ, ਠੀਕ ਹੈ। ਦੂਜੀ ਗੱਲ ਇਹ ਕਿ ਇਹ ਤੁਹਾਨੂੰ ਸਮਝ, ਪਤਾ ਕੀ ਹੈ, ਚੀਜ਼ਾਂ ਨੂੰ ਤੁਹਾਨੂੰ ਸਮਝਣਾ ਪਏਗਾ। ਹੁਣ ਤੁਸੀਂ ਕਹੋਗੇ ਮੈਮ ਇਹ ਕਿਉਂ, ਇੱਦਾਂ ਕਿਉਂ, ਇੱਦਾਂ ਕਿਉਂ, ਕਿਉਂ ਕਿਉਂ ਕਿਉਂ, ਇੱਥੇ ਤੁਸੀਂ ਵਾਈ ਦੀ ਜਗ੍ਹਾ 'ਤੇ ਨਾ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਹੈ। ਅੱਛਾ ਇੱਦਾਂ ਹੁੰਦਾ ਹੈ, ਕਿਉਂਕਿ ਇੱਥੇ ਤੁਸੀਂ ਸਾਈਕੋਲੋਜੀ ਯੂਜ਼ ਨਹੀਂ ਕਰਨੀ, 5W1H ਯੂਜ਼ ਨਹੀਂ ਕਰਨੇ, ਵਾਟ, ਵੇਅਰ, ਹੂਮ, ਵਾਈ, ਹਾਊ। ਇੱਥੇ ਤੁਸੀਂ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਹੈ। ਅੱਛਾ ਇਹ ਚੀਜ਼ ਹੁੰਦੀ ਹੈ, ਬਣਾਈ ਗਈ ਹੈ, ਕਿਸ ਪਰਪਸ ਲਈ ਬਣਾਈ ਗਈ ਹੈ ਉਹ ਪੁੱਛੋ, ਯੂਜ਼ਸ ਪੁੱਛੋ, ਐਪਲੀਕੇਸ਼ਨਸ ਪੁੱਛੋ, ਬਟ ਡੋਂਟ ਆਸਕ ਦਿਸ ਟਾਈਪ ਆਫ ਕੁਐਸਚਨ ਕਿ ਮੈਮ ਇਹ ਕਿਉਂ ਬਣਾਇਆ ਹੈ, ਮੈਮ ਮੇਜਰਸ ਆਫ ਵੇਰੀਏਬਿਲਿਟੀ ਕਿਉਂ ਬਣਾਈ ਹੈ, ਮੈਮ ਸਟੈਂਡਰਡ ਸਕੋਰ ਕਿਉਂ ਬਣਾਈ ਨੇ, ਮੈਮ ਮੈਨੂੰ ਸਿਗਮਾ ਕਿਉਂ ਕਹਿੰਦੇ, ਮੈਮ ਮੈਨੂੰ ਜ਼ੀ ਸਕੋਰ ਕਿਉਂ ਕਿਹਾ ਜਾਂਦਾ ਹੈ। ਠੀਕ ਹੈ, ਇਸ ਚੀਜ਼ ਨੂੰ ਥੋੜ੍ਹਾ ਆਪਾਂ ਮਤਲਬ ਕਰਾਂਗੇ, ਚੇਂਜ ਕਰਾਂਗੇ। ਤੁਹਾਨੂੰ ਇਹ ਚੀਜ਼ਾਂ ਯਾਦ ਕਰਨੀਆਂ ਪੈਣਗੀਆਂ, ਸਮਝਣੀਆਂ ਪੈਣਗੀਆਂ। ਹੁਣ ਜੇ ਮੈਂ ਕਿਹਾ ਕਿ ਸਟੈਂਡਰਡ ਸਕੋਰ ਇਹ 3 ਚੀਜ਼ਾਂ ਤੋਂ ਬਣਦਾ ਹੈ, ਅਤੇ ਤੁਹਾਨੂੰ ਯਾਦ ਕਰਨਾ ਪਏਗਾ ਕਿ ਸਟੈਂਡਰਡ ਸਕੋਰ, ਰੋ ਸਕੋਰਸ, ਪੋਪੂਲੇਸ਼ਨ ਸਕੋਰਸ ਐਂਡ ਸਟੈਂਡਰਡ ਡੇਵੀਏਸ਼ਨ ਦੇ ਤਿੰਨਾਂ ਨੂੰ ਮਿਲਾ ਕੇ ਸਟੈਂਡਰਡ ਸਕੋਰਸ ਬਣਦੇ ਹੈ। ਜਿਵੇਂ ਤੁਸੀਂ ਸਟਾਰਟਿੰਗ 'ਚ ਸਾਈਕੋਲੋਜੀ ਬਾਰੇ ਸਮਝਿਆ, ਅੱਛਾ ਇੱਦਾਂ ਹੁੰਦਾ ਹੈ ਕਿ ਇਹਦੇ ਵਿੱਚ ਗੋਲ, ਏਮ, ਇਹ ਚੀਜ਼ਾਂ ਹੁੰਦੀਆਂ ਨੇ, ਮੈਂ ਤੁਹਾਨੂੰ ਸਮਝਾਇਆ ਕਿ ਡੈਫੀਨੇਸ਼ਨ ਲਿਖਣੀ ਹੁੰਦੀ ਹੈ, ਇੱਦਾਂ ਕਰਨਾ ਹੁੰਦਾ, ਇਹ ਉਹ ਕਿੰਨੀਆਂ ਸਾਰੀਆਂ ਚੀਜ਼ਾਂ ਸਮਝਾਈ, ਤੁਸੀਂ ਸਮਝਿਆ, ਲਰਨ ਕੀਤਾ। ਇੱਥੇ ਹੁਣ ਤੁਸੀਂ ਲਰਨ ਕਰਨਾ ਇਸ ਚੀਜ਼ ਨੂੰ, ਠੀਕ ਹੈ। ਚਲੋ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਹਜੇ ਸਿਰਫ ਇੰਨੀ ਕੁ ਚੀਜ਼ ਸਮਝਾਈ ਹੈ ਕਿ ਸਟੈਂਡਰਡ ਸਕੋਰਸ ਕੀ ਹੁੰਦੇ ਆ, ਠੀਕ ਹੈ। ਸੋ ਜ਼ੀ ਸਕੋਰਸ ਆਲਸੋ ਕੋਲਡ ਦਾ ਸਟੈਂਡਰਡ ਸਕੋਰਸ, ਵੀ ਆਲ ਨੋ। ਇੱਥੇ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਜਿਹੜੇ ਜ਼ੀ ਸਕੋਰਸ ਹੁੰਦੇ ਆ ਆਲਸੋ ਕੋਲਡ ਵਾਟ, ਸਿਗਮਾ ਸਕੋਰਸ। ਕਨਫਿਊਜ਼ ਨਹੀਂ ਹੋਣਾ, ਸਿਗਮਾ ਆ ਜਾਏ, ਸਟੈਂਡਰਡ ਸਕੋਰਸ ਆ ਜਾਏ, ਜ਼ੀ ਸਕੋਰਸ ਆ ਜਾਏ, ਬੋਥ ਆਰ ਸੇਮ, ਠੀਕ ਹੈ। ਅਤੇ ਇਹਦਾ ਫਾਰਮੂਲਾ ਦਿੱਤਾ ਹੋਇਆ ਹੈ, ਆ ਦੇਖੋ, x ਮਾਈਨਸ ਮਿਊ ਡਿਵਾਈਡਡ ਬਾਈ ਸਟੈਂਡਰਡ ਡੇਵੀਏਸ਼ਨ ਇਜ਼ ਇਕੁਅਲ ਟੂ z। ਹੁਣ ਇੱਥੇ x ਕੀ ਹੈ, ਰੋ ਸਕੋਰਸ ਨੇ ਜੋ ਅਬਜ਼ਰਵਡ ਸਕੋਰਸ ਹੁੰਦੇ ਨੇ ਸਾਡੇ ਕੋਲ, ਔਰ ਮਿਊ ਕੀ ਹੈ, ਸਾਡੇ ਕੋਲ ਪੋਪੂਲੇਸ਼ਨ ਮੀਨ ਹੈ, ਔਰ ਇਹ ਪੋਪੂਲੇਸ਼ਨ ਦਾ ਸਟੈਂਡਰਡ ਡੇਵੀਏਸ਼ਨ ਹੈ। ਅਤੇ ਤਿੰਨਾਂ ਨੂੰ ਮਿਲਾ ਕੇ ਸਾਡਾ ਸਟੈਂਡਰਡ ਡੇਵੀਏਸ਼ਨ ਇਹ ਤਿੰਨਾਂ ਨੂੰ ਮਿਲਾ ਕੇ ਸਾਡਾ ਜ਼ੀ ਸਕੋਰ ਜਾਂ ਸਟੈਂਡਰਡ ਸਕੋਰ ਜਾਂ ਸਿਗਮਾ ਸਕੋਰ ਫਾਈਂਡ ਆਊਟ ਹੁੰਦਾ ਹੈ। ਹੁਣ ਤੁਸੀਂ ਗੱਲ ਕਹੋਗੇ ਕਿ ਮੈਮ ਵਾਟ ਇਜ਼ ਜ਼ੈਡ ਸਕੋਰ, ਹੈ ਨਾ। ਤੁਸੀਂ ਇਹੀ ਤੁਹਾਡੇ ਦਿਮਾਗ 'ਚ ਗੱਲ ਆ ਰਹੀ ਹੋਣੀ ਹੈ ਕਿ ਹਜੇ ਵੀ ਇਹ ਨਹੀਂ ਸਮਝ ਆਇਆ ਕਿ ਜ਼ੈਡ ਸਕੋਰ ਹੁੰਦਾ ਕੀ ਹੈ, ਠੀਕ ਹੈ। ਮੈਂ ਤੁਹਾਨੂੰ ਇਸ ਚੀਜ਼ ਬਾਰੇ ਸਮਝਾਉਂਦੀ ਹਾਂ। ਪਤਾ ਕੀ ਹੈ, ਜਦੋਂ ਵੀ ਅਸੀਂ ਟੈਸਟ ਲਗਾਉਂਦੇ ਹਾਂ, ਬਹੁਤ ਸਾਰੇ ਟੈਸਟ ਲਗਾਈ ਜਾਂਦੇ, ਜਿਵੇਂ ਆਈ ਥਿੰਕ ਮੈਂ ਤੁਹਾਨੂੰ ਇੱਕ ਵਾਰ ਸਮਝਾਇਆ ਵੀ ਹੋਊਗਾ ਸਟੈਂਡਰਡਾਈਜ਼ਡ ਸਕੋਰਸ, ਹੈ ਨਾ। ਹੁਣ ਮੈਂ ਤੁਹਾਨੂੰ ਇੱਥੇ ਨਾ ਪਹਿਲੇ ਸਟੈਂਡਰਡਾਈਜ਼ਡ ਸਕੋਰਸ ਬਾਰੇ ਸਮਝਾਉਂਦੀ ਹਾਂ ਸਭ ਤੋਂ ਪਹਿਲੇ, ਠੀਕ ਹੈ। ਸੋ